Hello students, I am Monica. I will teach you your subject MOP. MOP is a modern office practice. Modern office practice मतलब जो ਅੱਜ ਦੇ ਟਾਈਮ 'ਚ ਆਪਣੇ ਕੋਲ modern offices ਨੇ modern offices ਕਿੱਦਾਂ ਦੇ ਨੇ ਕਿ ਆਪਣੇ ਕੋਲ ਮਸ਼ੀਨਸ ਅਵੇਲੇਬਲ ਨੇ ਜਿੱਥੇ ਅੱਗੇ modern office ਦੇ ਵਿੱਚ ਕੀ ਹੁੰਦਾ ਅੱਗੇ offices ਜੋ ਆਪਣੇ ਪਹਿਲਾਂ ਵਾਲੇ offices ਸੀ ਉਹਨਾਂ ਦੇ ਵਿੱਚ ਕੀ ਹੁੰਦਾ ਸੀ ਕਿ ਆਪਣੇ ਕੋਲ ਮੈਨੂਅਲ ਲੇਬਰ ਹੁੰਦੀ ਸੀ ਮੈਨੂਅਲ ਲੇਬਰ ਕਿੱਦਾਂ ਦੀ ਕਿ ਜੋ ਹੈਂਡ ਵਰਕ ਕਰਦੇ ਸੀ ਆਪਣੇ ਹੱਥਾਂ ਨਾਲ ਸਾਰੇ ਕੰਮ ਕਰਦੇ ਸੀ ਹੁਣ ਕੀ ਹੈ ਸਾਰਾ ਮਸ਼ੀਨ ਕੰਮ ਨਾਲ ਰਿਲੇਟਡ ਕੰਮ ਹੈ मैनुअल भी अपन चाहिए है बट नाल की है अपना ज़्यादातर मैनुअल एक जो परसन काम करे सारा रिकॉर्ड मेनटेन करने लई उस कंप्यूटर्स दी बट अगे जिथे परसनस अपन चार चाहिए सी सारा रिकॉर्ड कर मेनटेन करने लई हुण उत्थे की है सिर्फ एक परसन उस कंप्यूटर से सारा काम कर सकता है लाइक एज देयर ऑफिस डेफिनेशन दे विच की है कि एन ऑफिस इज़ अ प्लेस वेयर बिजनेस इज़ ट्रांजैक्टेड बिजनेस कोई भी ट्रांजैक्शनस कीतियां जांदियां ने और प्रोफैशनल सर्विसेज या कोई भी प्रोफैशनल सर्विसेज ने वो सारियां अवेलेबल होंदियां ने दैन मेल्स एंड स्टैंडिंग फॉर दे अकॉर्डिंग की है ऑफिस इज़ एन एडमिनिस्ट्रेटिव सेंटर ऑफ अ बिजनेस कोई भी सेंटर कॉमन पॉइंट है एडमिनिस्ट्रेटिव ऑफिस है The purpose of an office has been defined as the providing of a service of communication and record जिथे communications वगैरह करने ਲਈ मतलब मेन हेड जो है वो अपने नीचे ਉਹਦੇ अंडर जो भी एम्पलॉयज़ आते हैं उन्होंने कोई communications करनियां ने ਜਾਂ कोई भी रिकॉर्ड मेनटेन करना है तो सारिया चीज़ों के लिए एक कॉमन ऑफिस मेन पॉइंट होंदा है The acts of collecting, processing, storing and distributing information आर द मेन फंक्शनस ऑफ एन ऑफिस ये की ने अपने कॉमन फंक्शनस ने जो ऑफिस दे विच हुंदे है नैक्सट अपने कोल है रीसेंट ट्रेंड्स इन ऑफिस प्रैक्टिसेस रीसेंट ट्रेंड्स दे विच की है कि अपने कोल जो अज दे टाइम दे अकॉर्डिंग जो अपनियां चीज़ां ने कि हुण उहदे अकॉर्डिंग की चलदा है अपने कोल की फैसिलिटीज़ ने हुण दे ऑफिस दे विच फर्स्टली मैकेनाइजेशन एंड कंप्यूटराइजेशन मैकेनाइजेशन की है कि अपने कोल मशीन्स ने अपने कोल कंप्यूटर्स ने जो मैनुअल लेबर होंदी सी हुण अपने कोल टैक्नोलॉजीज़ ने वो सारिया चीज़ों नूं रिप्लेस करता क्लैरिकल एंड कैलकुलेटिंग वर्क आर नाउ डन बाय कंप्यूटर्स जो क्लैरिकल वर्क सी सारा कैलकुलेशनस वर्क सी तो हुण वो हाई स्पीड दे नाल कंप्यूटर्स दे उत्ते आपां ईजीली कर सकते हैं पेपरलैस ऑफिसिस हो गए कि जो ਆਪਾਂ ਨੂੰ ਹੁਣ ਪਹਿਲਾਂ ਪੇਪਰਸ ਦੀ ਲੋੜ ਪੈਂਦੀ ਸੀ ਮੈਨੂਅਲੀ ਕੰਮ ਕਰਨ ਲਈ ਹੁਣ ਆਪਾਂ ਨੂੰ ਪੇਪਰਸ ਦੀ ਲੋੜ ਨਹੀਂ ਹੈਗੀ ਆਪਾਂ ਕੀ ਹੈ ਸਾਰਾ ਕੰਮ ਜੋ ਸੇਵ ਕਰਨਾ ਹੈ ਕੰਪਿਊਟਰਸ ਦੇ ਵਿੱਚ ਹਾਰਡ ਡਿਸਕ ਨੇ ਡਰਾਈਵਸ ਨੇ ਉਹਨਾਂ ਤੇ ਆਪਾਂ ਫਲੋਪੀਜ਼ ਤੇ ਸੀਡੀਜ਼ ਤੇ ਆਪਾਂ ਸਾਰੀਆਂ ਚੀਜ਼ਾਂ ਉਹਨਾਂ 'ਚ ਸੇਵ ਕਰਕੇ ਰੱਖਦੇ ਹਾਂ ਐਜ਼ ਕੰਪੇਅਰ ਟੂ ਪੇਪਰਸ ਕਿਉਂਕਿ ਪੇਪਰਸ ਕੀ ਹੁੰਦੇ ਸੀ ਪੁਰਾਣੇ ਹੋਣ ਦੇ ਨਾਲ ਫਟਣ ਦਾ ਡਰ ਰਹਿੰਦਾ ਸੀ ਉਹ ਖਰਾਬ ਹੋ ਜਾਂਦੇ ਸੀ ਬਟ ਇਹਦੇ ਵਿੱਚ ਕੀ ਹੈ ਕਿ ਆਪਣੇ ਕੋਲੇ ਪੀਸਿਸ ਦੇ ਵਿੱਚ ਆਪਾਂ ਹਾਰਡ ਡਰਾਈਵ ਦੇ ਵਿੱਚ ਸੇਵ ਕਰ ਲੈਂਦੇ ਹਾਂ ਹਾਰਡ ਡਰਾਈਵਸ ਦੇ ਵਿੱਚ ਵੀ ਹੁੰਦਾ ਕਿ ਆਪਣੀਆਂ ਖਰਾਬ ਵੀ ਹੋ ਸਕਦੀਆਂ ਮਸ਼ੀਨਸ ਵੀ ਤਾਂ ਖਰਾਬ ਹੋ ਹੀ ਸਕਦੀਆਂ ਨੇ ਬਟ ਇਹਦੇ ਵਿੱਚ ਕੀ ਹੈ ਕਿ ਆਪਾਂ ਜਿਵੇਂ ਮਸ਼ੀਨਸ ਜੇਕਰ ਖਰਾਬ ਹੁੰਦੀਆਂ ਤਾਂ ਉਹ ਰਿਪਲੇਸ ਹੋ ਜਾਂਦੀਆਂ ਨੇ ਨਵੀਆਂ ਦੇ ਨਾਲ ਬਟ ਉਹਨਾਂ ਦਾ ਜੋ ਡਾਟਾ ਵੀ ਹੈ ਤਾਂ ਉਹ ਵੀ ਬੈਕਅਪ ਹੋ ਜਾਂਦਾ ਆਪਣੇ ਕੋਲ ਤਾਂ ਉਹ ਸਾਰੀਆਂ ਚੀਜ਼ਾਂ ਆਪਣੇ ਕੋਲੇ ਡਾਟਾ ਸੇਵ ਹੈ ਤਾਂ ਇਹ ਕੀ ਹੈ ਪੇਪਰਲੈਸ ਆਫਿਸਿਸ ਫਿਰ ਹੈ ਮੋਬਾਈਲ ਆਫਿਸਿਸ ਹੁਣ ਕੀ ਹੈ ਟੂਡੇ ਦਾ ਜੋਬ ਆਫ ਆਫਿਸ ਮੈਨੇਜਰ ਇਜ਼ ਨੋ ਔਰ ਕਨਫਾਈਨਡ ਟੂ ਫਿਕਸਡ ਟਾਈਮ ਐਂਡ ਪਲੇਸ ਆਪਣੀ ਪ੍ਰੋਪਰਲੀ ਪਲੇਸ ਜਾਂ ਉਹਦਾ ਟਾਈਮ ਫਿਕਸ ਨਹੀਂ ਹੈ ਤਾਂ ਉਹਦੇ ਅਕੋਰਡਿੰਗ ਉਹ ਜਿਵੇਂ ਹੁਣ ਤੁਸੀਂ ਇਹੀ ਮੇਨ ਐਗਜ਼ਾਮਪਲ ਲਗਾ ਲਓ ਕਿ ਜਿਵੇਂ ਹੁਣ ਆਹ ਟਾਈਮ ਚੱਲ ਰਿਹਾ ਤਾਂ ਇਹਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਆਪਣੇ ਘਰਾਂ 'ਚ ਬੈਠ ਕੇ ਪੜ੍ਹ ਰਹੇ ਹੋ ਟੀਚਰਸ ਤੁਹਾਨੂੰ ਘਰ ਬੈਠ ਕੇ ਪੜ੍ਹਾ ਰਹੇ ਨੇ ਤਾਂ ਉਹ ਕੀ ਆਪਣੇ ਮੋਬਾਈਲ ਆਫਿਸਿਸ ਨੇ ਉਹ ਕਿ ਉਹ ਆਪਣੇ ਘਰੋਂ ਬੈਠ ਕੇ ਤੁਹਾਨੂੰ ਮੋਬਾਈਲਸ ਦੇ ਥਰੂ ਐਂਡਰੋਇਡ ਫੋਨਸ ਦੇ ਥਰੂ ਤੁਹਾਨੂੰ ਉਹ ਟੀਚਿੰਗ ਫੈਸਿਲਿਟੀਜ਼ ਅਤੇ ਟੀਚਿੰਗ ਮਟੀਰੀਅਲਸ ਅਤੇ ਟੀਚਿੰਗ ਲੈਕਚਰਸ ਤੁਹਾਨੂੰ ਪ੍ਰੋਪਰਲੀ ਪ੍ਰੋਵਾਈਡ ਹੋ ਰਹੇ ਨੇ ਤਾਂ ਇਹ ਕੀ ਨੇ ਮੋਬਾਈਲ ਆਫਿਸਿਸ ਇਹ ਰੀਸੈਂਟ ਟਰੈਂਡਸ ਹੀ ਨੇ ਆਪਣੇ ਮੋਬਾਈਲ ਆਫਿਸਿਸ ਰੀਸੈਂਟ ਟਰੈਂਡਸ ਦੇ ਅਕੋਰਡਿੰਗ ਆਪਣੇ ਕੋਲ ਹੈ ਨੈਕਸਟ ਇਨਫੋਰਮੇਸ਼ਨ ਟੈਕਨੋਲੋਜੀ ਕਿਉਂਕਿ ਆਪਣੇ ਕੋਲ ਜਿਵੇਂ ਦੇ ਹੁਣ ਆਫਿਸਿਸ ਨੇ ਤਾਂ ਉਹਦੇ ਅਕੋਰਡਿੰਗ ਆਪਾਂ ਨੂੰ ਟੈਕਨੋਲੋਜੀਜ਼ ਵੀ ਚਾਹੀਦੀਆਂ ਨੇ ਉਹਨਾਂ ਬਾਰੇ ਇਨਫੋਰਮੇਸ਼ਨਸ ਵੀ ਪ੍ਰੋਪਰ ਚਾਹੀਦੀਆਂ ਨੇ ਤਾਂ ਇਹ ਕੀ ਹੈ ਕਿ ਟ੍ਰੈਡੀਸ਼ਨਲ ਪੋਸਟ ਸਿਸਟਮ ਇਜ਼ ਰਿਪਲੇਸਡ ਬਾਈ ਫੈਕਸ ਐਂਡ ਈਮੇਲਸ ਕਿ ਆਪਣੇ ਕੋਲ ਟ੍ਰੈਡੀਸ਼ਨਲਸ ਜੋ ਹੁਣ ਚੀਜ਼ਾਂ ਨੇ ਤਾਂ ਉਹਨਾਂ ਦੇ ਅਕੋਰਡਿੰਗ ਸਾਰੀਆਂ ਚੀਜ਼ਾਂ ਚੇਂਜ ਹੁੰਦੀਆਂ ਨੇ ਅਤੇ ਉਹਨਾਂ ਦੀ ਇਨਫੋਰਮੇਸ਼ਨ ਉਹਨਾਂ ਦੀ ਸਾਰੀ ਟੈਕਨੋਲੋਜੀ ਹੈ ਉਹਨਾਂ ਦੇ ਬਾਰੇ ਇਨਫੋਰਮੇਸ਼ਨਸ ਵੀ ਪ੍ਰੋਪਰ ਸਾਰੀ ਚੀਜ਼ ਚੇਂਜ ਹੋ ਗਈ ਹੈ ਦੈਨ ਇਨਕਰੀਜ਼ਿੰਗ ਇੰਪੋਰਟੈਂਸ ਆਫ ਆਫਿਸ ਮੈਨੇਜਮੈਂਟ
ਪਹਿਲਾਂ ਕੀ ਹੁੰਦਾ ਸੀ ਕਿ ਜਿਵੇਂ ਦੇ ਆਫਿਸ ਹੈ ਤਾਂ ਹੁਣ ਦੀ ਟੈਕਨੋਲੋਜੀ ਦੇ ਚੇਂਜ ਹੋਣ ਨਾਲ ਤਾਂ ਉਹ ਆਫਿਸ ਮੈਨੇਜਮੈਂਟ ਹੈ ਉਹਦੀ ਇੰਪੋਰਟੈਂਸ ਵੀ ਵੱਧ ਗਈ ਹੈ। ਕਿਵੇਂ ਕਿ ਪਹਿਲਾਂ ਕੀ ਹੁੰਦਾ ਸੀ ਕਿ ਜਿਵੇਂ ਦਾ ਏਰੀਆ ਹੈ, ਜਿਵੇਂ ਦੇ ਲੋਕ ਸੀ, ਉਹਦੇ ਹਿਸਾਬ ਨਾਲ ਆਪਾਂ ਕਿਤੇ ਵੀ ਕੋਈ ਵੀ ਆਫਿਸ ਜਾਂ ਬਿਜ਼ਨਸ ਦੇ ਲਈ ਆਪਾਂ ਨੂੰ ਪ੍ਰੋਪਰਲੀ ਐਵੇਂ ਲੋੜ ਨਹੀਂ ਸੀ ਕਿ ਜ਼ਿਆਦਾ ਪੋਸ਼ ਏਰੀਆ ਹੋਵੇ ਜਾਂ ਜਿੱਥੇ ਜ਼ਿਆਦਾ ਕੋਈ ਇਹ ਹੋਵੇ ਕਿ ਕੋਈ ਦੇਖ ਕੇ ਇਹ ਕਹੇ ਵੀ ਹਾਂ ਆਫਿਸ ਜ਼ਿਆਦਾ ਵਧੀਆ ਲੱਗ ਰਿਹਾ ਤਾਂ ਉੱਥੇ ਹੀ ਜ਼ਿਆਦਾ ਇਨਵੈਸਟਮੈਂਟ ਹੋਏਗੀ ਜਾਂ ਉੱਥੇ ਹੀ ਜ਼ਿਆਦਾ ਕਸਟਮਰਸ ਆਉਣਗੇ। ਇਹ ਚੀਜ਼ਾਂ ਨਹੀਂ ਸੀ, ਬਟ ਹੁਣ ਕੀ ਹੈ, ਇਹ ਚੀਜ਼ਾਂ ਜ਼ਿਆਦਾ ਮਾਇਨੇ ਰੱਖਦੀਆਂ ਕਿ ਆਪਾਂ ਵੀ ਉੱਥੇ ਹੀ ਕੋਈ ਚੀਜ਼ ਪਰਚੇਜ਼ ਕਰਨ ਜਾਣੇ ਜਿੱਥੇ ਆਪਾਂ ਨੂੰ ਇਹ ਲੱਗਦਾ ਕਿ ਹਾਂ ਇਹ ਆਫਿਸ ਬਹੁਤ ਸੋਹਣਾ ਬਣਿਆ ਹੋਇਆ ਹੈ। ਤਾਂ ਇਹਨਾਂ ਨੇ ਇਹ ਚੀਜ਼ ਦੱਸੀ ਕਿ ਇਨਕਰੀਜ਼ਿੰਗ ਇੰਪੋਰਟੈਂਸ ਆਫ ਆਫਿਸ ਮੈਨੇਜਮੈਂਟ, ਕਿ ਆਫਿਸ ਪ੍ਰੋਪਰਲੀ ਅਗਰ ਮੈਨੇਜ ਹੈ, ਅਗਰ ਦੇਖਣ ਨੂੰ ਤੁਹਾਨੂੰ ਆਫਿਸ ਬਹੁਤ ਸੋਹਣਾ ਲੱਗ ਰਿਹਾ ਹੈ ਤਾਂ ਇਹ ਚੀਜ਼ਾਂ ਦੇ ਅਕੋਰਡਿੰਗ ਹੀ ਤੁਹਾਡੀਆਂ ਜੋ ਇਹਦੇ ਵਿੱਚ ਬਿਜ਼ਨਸ ਨੇ ਤਾਂ ਬਿਜ਼ਨਸ ਦੀਆਂ ਲੋਕੈਲਿਟੀਜ਼ ਦੇ ਅਕੋਰਡਿੰਗ ਹੀ ਤੁਹਾਡੇ ਜੋ ਉਹਦੇ ਵਿੱਚ ਕਸਟਮਰਸ ਦੀਆਂ ਡਿਮਾਂਡਸ ਨੇ ਜਾਂ ਤੁਹਾਡੀਆਂ ਜੋ ਵੀ ਉਹਦੇ ਵਿੱਚ ਟ੍ਰਾਂਜੈਕਸ਼ਨਸ ਨੇ ਜਾਂ ਤੁਹਾਡੇ ਕਸਟਮਰਸ ਦੇ ਨਾਲ ਜੋ ਵੀ ਰਿਲੇਸ਼ਨਸ ਨੇ ਉਹ ਨਹੀਂ ਜ਼ਿਆਦਾ ਵਧੀਆ ਹੋਣਗੇ ਜਿੰਨੇ ਹੀ ਤੁਹਾਡੇ ਆਫਿਸ ਮੈਨੇਜਮੈਂਟ ਵਧੀਆ ਹੋਏਗੀ। ਜਿਵੇਂ ਦੇਖੋ ਇਹਨਾਂ ਨੇ ਕਿਹਾ ਕਿ ਟੂਡੇ ਹੈਵੀ ਰੈਂਟਸ ਆਰ ਪੇਡ ਟੂ ਲੋਕੇਟ ਦਾ ਆਫਿਸ ਐਟ ਪੋਸ਼ ਲੋਕੈਲਿਟੀ ਆਫ ਦਾ ਟਾਊਨ। ਹੁਣ ਆਪਣੇ ਰੈਂਟਸ ਵਗੈਰਾ ਤਾਂ ਹੀ ਵੱਧ ਗਏ ਨੇ ਕਿਉਂਕਿ ਆਪਣੇ ਆਫਿਸ ਕੀ ਹੈ ਪੋਸ਼ ਲੋਕੈਲਿਟੀ ਹੋਣੀ ਜ਼ਰੂਰੀ ਹੋ ਗਈ ਹੈ। Qualified professional managers are employed to supervise various office routines and procedures। ਤਾਂ ਇਹ ਸਾਰੀਆਂ ਚੀਜ਼ਾਂ ਦੇ ਲਈ ਉਹਨਾਂ ਨੂੰ ਅਲੱਗ-ਅਲੱਗ ਮੈਨੇਜਰਸ ਤੇ ਐਮਪਲੋਈਜ਼ ਦੀ ਲੋੜ ਪੈਂਦੀ ਹੈ ਜੋ ਪ੍ਰੋਪਰਲੀ ਇੱਕ ਕੁਆਲੀਫਾਈਡ ਹੋਣ। ਤਾਂ ਉਹਨਾਂ ਦੇ ਲਈ ਉਹਨਾਂ ਦੇ ਅਕੋਰਡਿੰਗ ਜੋ ਰੈਂਟਸ ਨੇ, ਉਹਨਾਂ ਦੀਆਂ ਪੇਮੈਂਟਸ ਨੇ ਉਹ ਵੀ ਜ਼ਿਆਦਾ ਵੱਧ ਗਈਆਂ ਨੇ। ਨੈਕਸਟ ਹੈ ਆਪਣੇ ਕੋਲ ਆਬਜੈਕਟਿਵਸ ਐਂਡ ਪਰਪਸਿਸ ਆਫ ਆਫਿਸ। ਆਬਜੈਕਟਿਵਸ ਕੀ ਨੇ ਕਿ ਆਫਿਸ ਦਾ ਪਰਪਸ ਕੀ ਹੈ, ਕਿ ਆਪਾਂ ਨੂੰ ਆਫਿਸ ਕਿਉਂ ਬਣਾਉਣਾ ਪੈਂਦਾ ਹੈ, ਉਹਦੇ ਆਬਜੈਕਟਿਵਸ ਕੀ ਨੇ, ਕਿ ਕੀ ਉਹਦੇ ਵਿੱਚ ਆਪਣੀਆਂ ਐਕਟੀਵਿਟੀਜ਼ ਹੁੰਦੀਆਂ ਨੇ। ਆਪਣੀਆਂ ਆਬਜੈਕਟਿਵਸ ਨੇ ਮੇਨਲੀ ਇਹਦੇ ਵਿੱਚ ਟੂ ਪ੍ਰੋਵਾਈਡ ਪ੍ਰੋਪਰ ਐਂਡ ਸਫੀਸ਼ੀਐਂਟ ਇਨਫੋਰਮੇਸ਼ਨ, ਤਾਂ ਕਿ ਜੋ ਆਪਣਾ ਆਫਿਸ ਹੈ ਉਹ ਆਪਣੀਆਂ ਜਿਹੜੀਆਂ ਮਾਡਰਨ ਇਨਫੋਰਮੇਸ਼ਨ ਟੈਕਨੋਲੋਜੀਜ਼ ਨੇ ਉਹਨਾਂ ਦੀਆਂ ਪ੍ਰੋਪਰਲੀ ਅਤੇ ਸਫੀਸ਼ੀਐਂਟਲੀ ਜੋ ਇਨਫੋਰਮੇਸ਼ਨਸ ਨੇ ਆਪਾਂ ਉਹ ਕਸਟਮਰਸ ਤੱਕ ਪ੍ਰੋਵਾਈਡ ਕਰ ਸਕੀਏ। ਟੂ ਫੈਸਿਲਿਟੇਟ ਫੰਕਸ਼ਨਿੰਗ ਆਫ ਅਦਰ ਡਿਪਾਰਟਮੈਂਟਸ, ਫੈਸਿਲਿਟੀ ਕਰਵਾਉਣੀ ਉਹਨਾਂ ਨੂੰ ਉਹਨਾਂ ਦੀ ਫੰਕਸ਼ਨਿੰਗ ਜੋ ਅਦਰ ਡਿਪਾਰਟਮੈਂਟਸ ਦੀ ਹੈ ਉਹਨਾਂ ਤੱਕ ਉਹ ਫੈਸਿਲਿਟੀ ਪਹੁੰਚਾਉਣੀ। ਟੂ ਫੈਸਿਲਿਟੇਟ ਡਿਸੀਜ਼ਨ ਮੇਕਿੰਗ, ਤਾਂ ਕਿ ਉਹਨਾਂ ਦਾ ਪ੍ਰੋਪਰ ਡਿਸੀਜ਼ਨ ਹੋ ਸਕੇ ਕਿ ਕਿਹੜੀ ਚੀਜ਼ ਵਧੀਆ ਉਹਨਾਂ ਲਈ, ਕਿਹੜੀ ਬੈਟਰ ਹੈ, ਤਾਂ ਉਹਨਾਂ ਨੇ ਕੀ ਉਹਦੇ ਵਿੱਚ ਕੰਮ ਕਰਨਾ ਹੈ, ਕਿੱਥੇ ਕੰਮ ਕਰਨਾ ਹੈ, ਕਿਹੜੀ ਚੀਜ਼ ਦੇ ਥਰੂ ਉਹਨਾਂ ਦਾ ਕੰਮ ਵਧੀਆ ਹੋਏਗਾ। ਟੂ ਪ੍ਰੀਜ਼ਰਵ ਆਲ ਕਾਈਂਡਸ ਆਫ ਰਿਕਾਰਡਸ ਆਫ ਬਿਜ਼ਨਸ, ਆਲ ਕਾਈਂਡਸ ਆਫ ਰਿਕਾਰਡਸ ਬਿਜ਼ਨਸ ਦੇ ਜੋ ਵੀ ਜਿੱਦਾਂ ਦੇ ਵੀ ਰਿਕਾਰਡਸ ਨੇ ਉਹਨਾਂ ਸਾਰਿਆਂ ਨੂੰ ਮੇਨਟੇਨ ਕਰਨ ਲਈ ਕਿੱਦਾਂ ਮੇਨਟੇਨ ਕਰਾਂ ਉਹ ਸਾਰੀਆਂ ਇਨਫੋਰਮੇਸ਼ਨਸ। ਇਹ ਸਾਰੇ ਆਪਣੇ ਪੁਆਇੰਟਸ ਨੇ ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹ ਸਕਦੇ ਹਾਂ ਅਤੇ ਜੋ ਆਪਾਂ ਨੂੰ ਇਹ ਦੱਸਦੇ ਆ ਕਿ ਐਕਚੁਅਲ ਦੇ ਵਿੱਚ ਆਫਿਸ ਦੀ ਨੀਡ ਕਿਉਂ ਮਹਿਸੂਸ ਹੋਈ ਅਤੇ ਉਹਨਾਂ ਦੇ ਪਰਪਸਿਸ ਕੀ ਨੇ, ਕਿਉਂ ਆਪਾਂ ਨੂੰ ਆਫਿਸ ਬਣਾਉਣ ਦੀ ਲੋੜ ਪਈ। ਨੈਕਸਟ ਹੈ ਆਪਣੇ ਕੋਲ ਕਰੈਕਟਰਿਸਟਿਕਸ, ਨੇਚਰ, ਫੀਚਰਸ ਆਫ ਐਨ ਆਫਿਸ। ਮਤਲਬ ਕਰੈਕਟਰਿਸਟਿਕਸ ਕੀ ਹੈ, ਉਹਦੀ ਨੇਚਰ ਕੀ ਹੈ, ਇਹਦੇ ਵਿੱਚ ਜੋ ਫੀਚਰਸ ਨੇ ਤਾਂ ਉਹ ਕਿੱਦਾਂ ਦੇ ਨੇ ਆਪਣੇ ਕੋਲ। ਆਪਾਂ ਜੋ ਹੁਣ ਤੱਕ ਡੈਫੀਨੇਸ਼ਨਸ ਕੀਤੀਆਂ ਨੇ ਤਾਂ ਉਹਦੇ ਅਕੋਰਡਿੰਗ ਆਪਣੇ ਫੀਚਰਸ ਕੀ ਬਣਦੇ ਆ। ਮੈਨੇਜਮੈਂਟ ਆਫ ਇਨਫੋਰਮੇਸ਼ਨ, ਇਨਫੋਰਮੇਸ਼ਨ ਨੂੰ ਕਿਵੇਂ ਮੈਨੇਜ ਕਰਨਾ ਹੈ। ਐਜ਼ ਹਾਈਲਾਈਟਡ ਬਾਈ ਮਿਲਸ standing for an office deals with data and information. Its job is not to collect and maintain data but also to circulate the same at different levels that related departments of organization so as to harmonize the efforts of these departments. ਇਹਦੇ ਵਿੱਚ ਕੀ ਹੈ ਕਿ ਜੋ ਮੈਨੇਜਮੈਂਟ ਹੈ ਇਨਫੋਰਮੇਸ਼ਨ ਦੀ ਉਹਨੂੰ ਪ੍ਰੋਪਰਲੀ ਮੈਨੇਜ ਕਰਨਾ ਮੀਨਸ ਕਿ ਆਪਾਂ ਉਹ ਇਨਫੋਰਮੇਸ਼ਨ ਨੂੰ ਜੋ ਆਪਣੀਆਂ ਟੈਕਨੋਲੋਜੀਜ਼ ਦੀ ਹੈ, ਜੋ ਆਫਿਸ ਨਾਲ ਰਿਲੇਟਡ ਜੋ ਆਪਣੀਆਂ ਇਨਫੋਰਮੇਸ਼ਨਸ ਨੇ ਉਹਨਾਂ ਨੂੰ ਕਿੱਥੇ ਕਿੱਥੇ ਪਹੁੰਚਾਉਣਾ ਹੈ, ਕਿਹੜੇ ਕਿਹੜੇ ਲੈਵਲਸ ਤੱਕ ਉਹਨਾਂ ਨੂੰ ਸਰਕੂਲੇਟ ਕਰਨਾ ਹੈ। ਮਤਲਬ ਕਿੱਥੇ ਕਿੱਥੇ ਆਪਾਂ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਹੜੇ ਕਿਹੜੇ ਬੰਦਿਆਂ ਲਈ ਉਹ ਚੀਜ਼ ਇਨਫੋਰਮੇਸ਼ਨ ਜ਼ਰੂਰੀ ਹੈ, ਉਹਨਾਂ ਸਾਰਿਆਂ ਨੂੰ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਣਾ। ਦੈਨ ਆਪਣੇ ਕੋਲ ਡਿਪਾਰਟਮੈਂਟੇਸ਼ਨ ਦੇ ਵਿੱਚ ਕੀ ਇਨ ਆਰਡਰ ਟੂ ਅਟੇਨ ਹਾਈ ਡਿਗਰੀ ਆਫ ਐਫੀਸ਼ੀਐਂਸੀ, ਮਤਲਬ ਜਿੰਨਾ ਆਪਾਂ ਐਫੀਸ਼ੀਐਂਟਲੀ ਉਸ ਵਰਕ ਨੂੰ ਕਰਨਾ ਚਾਹੁੰਦੇ ਹਾਂ, ਕਿਸੇ ਵੀ ਚੀਜ਼ ਨੂੰ ਮੇਨਟੇਨ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਲਈ ਆਪਣੇ ਕੋਲ ਡਿਪਾਰਟਮੈਂਟੇਸ਼ਨ ਦੇਖੋ ਆਪਾਂ ਮੰਨ ਲਓ ਹੁਣ ਤੁਹਾਡੇ ਹੀ ਕਾਲਜ ਦੇ ਵਿੱਚ ਲਗਾ ਲਓ ਕਿ ਜੇ ਆਪਾਂ ਕਹੀਏ ਕਿ ਆਪਾਂ 5 ਟੀਚਰਸ ਨੇ ਆਪਣੇ ਕੋਲੇ ਅਤੇ ਉਹ ਪੰਜੋਂ ਹੀ ਟੀਚਰਸ ਸਾਰੇ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਟੀਚ ਕਰ ਰਹੇ ਨੇ ਤਾਂ ਉਹ ਚੀਜ਼ ਇੰਨੀ ਬੈਨੀਫੀਸ਼ੀਅਲ ਅਤੇ ਇੰਨੀ ਇਫੈਕਟਿਵ ਨਹੀਂ ਹੋਊਗੀ। ਆਪਣੇ ਕੋਲ ਕੀ ਹੋਣਾ ਚਾਹੀਦਾ ਹੈ ਕਿ ਆਪਣੇ ਕੋਲ ਜਿਵੇਂ ਅਲੱਗ-ਅਲੱਗ ਕਲਾਸਿਸ ਨੇ, +1 +2 ਹੈ ਉਹਦੇ ਲਈ ਅਲੱਗ ਆਪਣੇ ਕੋਲ ਟੀਚਰਸ ਨੇ,
ਉਹਦੇ ਲਈ ਅਲੱਗ ਡਿਪਾਰਟਮੈਂਟ ਹੈ, BSc ਡਿਪਾਰਟਮੈਂਟ ਹੈ, BCom ਡਿਪਾਰਟਮੈਂਟ ਹੈ, BCA ਡਿਪਾਰਟਮੈਂਟ ਹੈ। ਇਹ ਸਾਰੇ ਇਹਦੇ ਲਈ ਡਿਪਾਰਟਮੈਂਟ ਦੇ ਅਕੋਰਡਿੰਗ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਵੀ ਡਿਸਟ੍ਰੀਬਿਊਟ ਅਲੱਗ-ਅਲੱਗ ਉਹਨਾਂ ਦੇ ਵਿੱਚ ਵੰਡਤਾ ਮੈਨੂਅਲੀ। ਦੈਨ ਉਹਦੇ ਅਕੋਰਡਿੰਗ ਆਪਾਂ ਉਹਨਾਂ ਨੂੰ ਟੀਚਰਸ ਨੂੰ ਵੀ ਉਹਨਾਂ ਦੇ ਵਿੱਚ ਵੰਡਤਾ। ਤਾਂ ਇਹ ਕੀ ਆਪਣੀ ਡਿਪਾਰਟਮੈਂਟੇਸ਼ਨ ਹੈ, ਮਤਲਬ ਹਰ ਇੱਕ ਲੈਵਲ ਨੂੰ ਡਿਫਰੈਂਸ਼ੀਏਟ ਕਰਕੇ ਰੱਖਣਾ, ਹਰ ਇੱਕ ਲੈਵਲ ਦੇ ਵਿੱਚ ਜੋ ਉਹਨਾਂ ਦੀਆਂ ਫੈਸਿਲਿਟੀਜ਼ ਨੇ ਉਹਨਾਂ ਨੂੰ ਡਿਫਰੈਂਸ਼ੀਏਟ ਕਰਨਾ। ਤਾਂ ਇਹ ਚੀਜ਼ ਆਪਣੀ ਡਿਪਾਰਟਮੈਂਟੇਸ਼ਨ ਹੈ ਜੋ ਆਪਣਾ ਮੇਨ ਕਰੈਕਟਰਿਸਟਿਕ ਹੈ ਇੱਕ ਆਫਿਸ ਨੂੰ ਪ੍ਰੋਪਰਲੀ ਇਫੈਕਟਿਵ ਤੇ ਐਫੀਸ਼ੀਐਂਟ ਬਣਾਉਣ ਲਈ। ਆਫਿਸ ਇਜ਼ ਆਇਡੈਂਟੀਫਾਈਡ ਥਰੂ ਇਟਸ ਟਾਸਕ। ਆਫਿਸ ਨੂੰ ਉਹਦੇ ਕੰਮ ਤੋਂ ਹੀ ਪਹਿਚਾਨਿਆ ਜਾਂਦਾ ਹੈ ਕਿ ਜੇਕਰ ਉਹਦੇ ਕੰਮ ਵਧੀਆ ਹੋਣਗੇ ਤਾਂ ਆਪਾਂ ਨੂੰ ਲੱਗਦਾ ਹੈ ਕਿ ਆਫਿਸ ਵੀ ਸ਼ਾਇਦ ਬਹੁਤ ਵਧੀਆ ਹੈ, ਤੇ ਆਫਿਸ ਦਾ ਜੋ ਕੰਮ ਹੈ ਉਹੀ ਉਹਦੀ ਵਧੀਆ ਇੱਕ ਪਹਿਚਾਨ ਹੈ। ਇਹਨਾਂ ਨੇ ਕਿਹਾ ਐਵਰੀਵਨ ਇਜ਼ ਐਨ ਆਰਗੇਨਾਈਜੇਸ਼ਨ ਇਜ਼ ਐਨ ਆਫਿਸ ਇਨ ਹਿਮਸੈਲਫ। ਉਹ ਇੱਕ ਆਪਣੇ ਆਪ 'ਚ ਕੋਈ ਵੀ ਪਰਸਨ ਹੈ ਤਾਂ ਉਹ ਆਪਣੇ ਆਪ 'ਚ ਇੱਕ ਪ੍ਰੋਪਰ ਆਫਿਸ ਹੈ। ਕਿਉਂ ਆਫਿਸ ਕਿਉਂ ਹੈ? ਕਿਉਂਕਿ ਉਹਦੇ ਅੰਦਰ ਉਹ ਸਾਰੀਆਂ ਹੀ ਉਹਦੇ ਅੰਦਰ ਜੋ ਚੀਜ਼ਾਂ ਨੇ, ਸਾਰੀਆਂ ਇਨਫੋਰਮੇਸ਼ਨਸ ਨੇ, ਉਹ ਆਪਣੇ ਆਪ ਨੂੰ ਇੱਕ ਪ੍ਰੋਪਰਲੀ ਆਰਗੇਨਾਈਜ਼ ਕੀਤਾ ਹੋਇਆ ਹੈ ਕਿ ਕਿਹੜੀ ਇਨਫੋਰਮੇਸ਼ਨ ਨੂੰ ਕਿੱਥੇ ਯੂਜ਼ ਕਰਨਾ ਹੈ, ਕਿਹੜੀ ਇਨਫੋਰਮੇਸ਼ਨ ਨੂੰ ਕਦੋਂ ਕਿੱਥੇ ਕਿਵੇਂ ਪਹੁੰਚਾਉਣਾ ਹੈ। ਤਾਂ ਉਹ ਸਾਰੀਆਂ ਕੀ ਨੇ, ਉਹ ਆਪਣੇ ਆਪ 'ਚ ਕੀ ਹੈ, ਐਵਰੀਵਨ ਇਜ਼ ਐਨ ਆਰਗੇਨਾਈਜੇਸ਼ਨ ਇਜ਼ ਐਨ ਆਫਿਸ ਇਨ ਹਿਮਸੈਲਫ। ਨੈਕਸਟ ਆਪਣੇ ਇਹਦੇ ਵਿੱਚ ਆਉਂਦਾ ਫੋਰਥ ਪੁਆਇੰਟ, ਅਫੈਕਟਡ ਬਾਈ ਆਟੋਮੇਸ਼ਨ। ਆਟੋਮੇਸ਼ਨ ਦੇ ਵਿੱਚ ਕੀ ਹੈ ਕਿ ਵਰਕਿੰਗ ਆਫ ਦਾ ਮਾਡਰਨ ਆਫਿਸ ਇਜ਼ ਇਨਫਲੂਐਂਸਡ ਬਾਈ ਦਾ ਟੈਕਨੋਲੋਜੀਕਲ ਰੈਵੋਲੂਸ਼ਨ। ਤਾਂ ਜਿਹੜੀਆਂ ਹੁੰਦੀਆਂ ਮਾਡਰਨ ਆਫਿਸ ਦੀਆਂ ਜੋ ਵੀ ਵਰਕਿੰਗਸ ਨੇ ਉਹ ਇਨਫਲੂਐਂਸਡ ਹੁੰਦੀਆਂ ਨੇ ਕਿਹਦੇ ਥਰੂ, ਜੋ ਅੱਜ ਕੱਲ੍ਹ ਦੀਆਂ ਟੈਕਨੋਲੋਜੀਜ਼। ਅਗਰ ਆਪਾਂ ਪੁਰਾਣੀਆਂ ਟੈਕਨੋਲੋਜੀ ਯੂਜ਼ ਕਰੀ ਜਾਈਏ, ਜਿਵੇਂ ਹੁਣ ਜੋ ਟੈਕਨੋਲੋਜੀ ਚੇਂਜ ਹੋ ਗਈ ਤਾਂ ਨਵੀਂ ਵਿਦ ਨਿਊ ਫੀਚਰਸ, ਜੇਕਰ ਆਪਾਂ ਪੁਰਾਣੀ ਟੈਕਨੋਲੋਜੀ ਨੂੰ ਰਿਪਲੇਸ ਕਰੀਏ ਤਾਂ ਜ਼ਿਆਦਾ ਬੈਟਰਮੈਂਟ ਮਿਲੂਗੀ, ਜ਼ਿਆਦਾ ਬੈਟਰ ਉਹਦੇ ਵਿੱਚ ਆਪਾਂ ਨੂੰ ਰਿਜ਼ਲਟਸ ਮਿਲਣਗੇ। Modern offices are making more and more use of mechanized systems like personal computers, networking, electronic mails, fan machines, mobile, cellular phones, duplicating machines, etc. ਇਹ ਸਾਰੀਆਂ ਨਵੀਆਂ ਟੈਕਨੋਲੋਜੀਜ਼ ਨੇ। ਤਾਂ ਜਿਵੇਂ ਜਿਵੇਂ ਆਪਣੇ ਕੋਲ ਨਵੀਆਂ ਦੇ ਵਿੱਚ ਟ੍ਰੈਂਡਸ ਆਉਂਦੇ ਨੇ, ਨਵੇਂ ਫੀਚਰਸ ਆਉਂਦੇ ਤਾਂ ਆਪਾਂ ਉਹਨਾਂ ਨੂੰ ਰਿਪਲੇਸ ਕਰਦੇ ਰਹੀਏ ਐਜ਼ ਕੰਪੇਅਰ ਟੂ ਪੁਰਾਣੇ ਫੀਚਰਸ। ਨੈਕਸਟ ਇਹਦੇ ਵਿੱਚ ਆਪਣੇ ਕੋਲ ਹੈ ਫਿਫਥ ਪੁਆਇੰਟ, ਪਬਲਿਕ ਰਿਲੇਸ਼ਨਸ। ਪਬਲਿਕ ਰਿਲੇਸ਼ਨਸ ਦੇਖੋ, ਜੇਕਰ ਆਫਿਸ ਆਪਣੇ ਕੋਲ ਹੁਣ ਵਧੀਆ ਹੋਏਗਾ ਤਾਂ ਉਨੇ ਹੀ ਪਬਲਿਕ ਰਿਲੇਸ਼ਨਸ ਵੀ ਵਧੀਆ ਹੋਣਗੇ। ਆਫਿਸ ਕਿੱਦਾਂ ਵਧੀਆ ਹੋਏਗਾ? ਉਹਦੇ ਵਰਕ ਤੋਂ, ਉਹਨਾਂ ਦੇ ਕੰਮਾਂ ਤੋਂ, ਉਹਨਾਂ ਦੇ ਜੋ ਫੀਚਰਸ ਨੇ ਕਿ ਉਹ ਕਿੱਦਾਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰ ਰਹੇ ਨੇ, ਤਾਂ ਪਬਲਿਕ ਨਾਲ ਉਹ ਕਿੱਦਾਂ ਦੇ ਰਿਲੇਸ਼ਨਸ ਮੇਨਟੇਨ ਕਰ ਰਹੇ ਨੇ, ਉਹਨਾਂ ਦੇ ਕਸਟਮਰਸ ਨੇ ਉਹਨਾਂ ਤੋਂ ਸੈਟਿਸਫਾਈਡ ਨੇ ਜਾਂ ਨਹੀਂ ਸੈਟਿਸਫਾਈਡ ਨੇ। ਜੇਕਰ ਆਪਾਂ ਉਹਨਾਂ ਨੂੰ ਗੁੱਡ ਮਟੀਰੀਅਲਸ ਦਿੰਦੇ ਹਾਂ ਤਾਂ ਆਪਣੀ ਗੁੱਡ ਇਮੇਜ ਵੀ ਬਣਦੀ ਹੈ, ਤਾਂ ਉੱਥੇ ਪਬਲਿਕ ਰਿਲੇਸ਼ਨਸ ਉੱਥੇ ਅੱਛੇ ਬਣਦੇ ਹੈ। ਦੈਨ ਆਪਣੇ ਕੋਲ ਹੈ ਲੋਕੇਸ਼ਨ। ਜੇਕਰ ਆਫਿਸ ਦੀ ਲੋਕੇਸ਼ਨ ਵਧੀਆ ਬਣੀ ਹੋਈ ਹੈ ਹੁਣ ਤਾਂ ਕਸਟਮਰਸ ਵੀ ਉਨੇ ਹੀ ਉਹਦੇ ਕੋਲ ਵਧੀਆ ਆਉਣਗੇ। ਦੈਨ ਹੈ ਸਰਵਿਸ ਫੰਕਸ਼ਨ। ਸਰਵਿਸ ਫੰਕਸ਼ਨ ਕੀ ਹੈ ਕਿ ਕਿਸੇ ਨੂੰ ਫੰਕਸ਼ਨਸ ਪ੍ਰੋਵਾਈਡ ਕਰਨ ਦੇ ਜੋ ਆਪਣੀਆਂ ਸਰਵਿਸਿਜ਼ ਨੇ, ਇੱਕ ਆਫਿਸ ਕਿੱਦਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਆਪਣੇ ਯੂਜ਼ਰਸ ਨੂੰ, ਆਪਣੇ ਕਸਟਮਰਸ ਨੂੰ। ਦੈਨ ਉਹਦੇ ਅਕੋਰਡਿੰਗ ਕੀ ਨੇ, ਆਪਣੇ ਅੱਛੇ ਉਹਦੇ ਕਰੈਕਟਰਿਸਟਿਕਸ ਹੀ ਪਤਾ ਚੱਲਦੇ ਆ ਕਿ ਇੱਕ ਆਫਿਸ ਦੇ ਅੱਛੇ ਗੁਣ ਨੇ ਕਿ ਉਹ ਕਿੱਦਾਂ ਦੀ ਉਹਨਾਂ ਨਾਲ ਆਪਣੇ ਰਿਲੇਸ਼ਨਸ ਮੇਨਟੇਨ ਕਰ ਰਹੇ ਆ। ਨੈਕਸਟ ਆਪਣੇ ਕੋਲ ਹੈ ਟਾਈਪਸ ਆਫ ਆਫਿਸ। ਹੁਣ ਆਫਿਸਿਸ ਦੀਆਂ ਵੀ ਕਈ ਟਾਈਪਸ ਹੁੰਦੀਆਂ ਨੇ, ਜਿਵੇਂ ਔਨ ਦਾ ਬੇਸਿਸ ਆਫ ਫੰਕਸ਼ਨਸ ਨੇ ਉਹਨਾਂ ਦੇ ਕੰਮਾਂ ਦੇ ਅਕੋਰਡਿੰਗ ਕਿਵੇਂ ਦੇ। ਹੈੱਡ ਆਫਿਸ ਹੈ, ਬ੍ਰਾਂਚ ਆਫਿਸ ਹੈ। ਹੈੱਡ ਆਫਿਸ ਕੀ ਹੈ, ਮੇਨ ਜਿੱਥੇ ਹੈੱਡ ਬੈਠਦਾ ਹੈ ਕਿ ਉਹਦੇ ਨਾਲ ਕਿੱਦਾਂ ਦੇ ਲਿੰਕ ਨੇ। ਫਿਰ ਬ੍ਰਾਂਚ ਆਫਿਸ ਨੇ, ਮਤਲਬ ਉਹਨਾਂ ਨੇ ਆਪਣੀਆਂ ਬ੍ਰਾਂਚਿਸ ਖੋਲ੍ਹੀਆਂ। ਜਿਵੇਂ ਆਪਾਂ ਨੋਰਮਲ ਜਿਹੀ ਐਗਜ਼ਾਮਪਲ ਲੈ ਲਈਏ ਕਿ ਆਪਣੇ ਸੈੱਲ ਫੋਨਸ ਨੇ ਜਿਵੇਂ, ਤਾਂ ਆਪਣੇ ਸੈੱਲ ਫੋਨਸ ਦੇ ਲਈ ਆਪਣੇ ਇੱਥੇ ਆਫਿਸਿਸ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਉਵੇਂ ਦੇ ਖੁੱਲ੍ਹੇ ਹੋਏ ਆ, ਹੈ ਨਾ। ਤਾਂ ਉਹਦੇ ਲਈ ਇੱਕ ਹੈੱਡ ਆਫਿਸ ਵੀ ਕਾਮਨ ਹੁੰਦਾ ਹੈ ਕਿ ਜੋ ਮੇਨ ਹੈੱਡ ਆਫਿਸ ਤੋਂ ਬ੍ਰਾਂਚ ਆਫਿਸਿਸ ਤੱਕ ਉਹ ਫੈਸਿਲਿਟੀਜ਼ ਆਉਣਗੀਆਂ ਤੇ ਬ੍ਰਾਂਚ ਆਫਿਸਿਸ ਆਪਾਂ ਨੂੰ ਉਹ ਫੈਸਿਲਿਟੀਜ਼ ਅੱਗੇ ਪ੍ਰੋਵਾਈਡ ਕਰਨਗੇ। ਫਿਰ ਆਪਣੇ ਔਨ ਦਾ ਬੇਸਿਸ ਆਫ ਲੋਕੇਸ਼ਨ ਦੇ ਬੇਸਿਸ ਵੀ ਹੁੰਦੇ ਆ। ਰੀਜਨਲ ਆਫਿਸ ਹੈ, ਲੋਕਲ ਆਫਿਸ ਹੈ। ਰੀਜਨਲ ਕੀ ਹੈ, ਇੱਕ ਪਰਟੀਕੂਲਰ ਆਪਾਂ ਕਹਿ ਦਈਏ ਕਿ ਡਿਸਟ੍ਰਿਕਟ ਦੇ ਵਿੱਚ ਬਣਿਆ ਹੋਇਆ ਹੈ। ਫਿਰ ਇੱਕ ਉਹਨਾਂ ਨੇ ਲੋਕਲ ਆਫਿਸਿਸ ਖੋਲ੍ਹੇ ਹੋਏ ਆ, ਮਤਲਬ ਡਿਸਟ੍ਰਿਕਟ ਨੇ ਅੱਗੇ ਉਹਨਾਂ ਨੂੰ ਉਹਨਾਂ ਦੇ ਸਿਟੀਜ਼ ਦੇ ਵਿੱਚ ਅਲੱਗ-ਅਲੱਗ ਆਫਿਸਿਸ ਖੋਲ੍ਹ ਕੇ ਦਿੱਤੇ ਹੈ ਜਿੱਥੋਂ ਆਪਾਂ ਉਹਨਾਂ ਦੀਆਂ ਸਰਵਿਸਿਜ਼ ਨੂੰ ਪ੍ਰੋਵਾਈਡ ਕਰਵਾ ਸਕਦੇ ਹਾਂ। on the basis of legal requirements ਦੇ ਅਕੋਰਡਿੰਗ ਰਜਿਸਟਰਡ ਆਫਿਸ, ਐਡਮਿਨਿਸਟ੍ਰੇਟਿਵ ਆਫਿਸ। ਰਜਿਸਟਰਡ ਮਤਲਬ ਜਿੱਥੇ ਰਜਿਸਟਰਾਰ ਵਗੈਰਾ ਜਿਵੇਂ ਆਪਣੇ ਹੁੰਦੇ ਆ ਕਿ ਜੋ ਇੱਕ ਗੌਰਮੈਂਟਲ ਨਾਲ ਰਿਲੇਟਡ ਹੈ ਕਿ ਉਹ ਪ੍ਰੋਪਰਲੀ ਰਜਿਸਟਰਡ ਨੇ ਵਿਦ ਦਾ ਗੌਰਮੈਂਟਲ। ਦੈਨ ਐਡਮਿਨਿਸਟ੍ਰੇਟਿਵ ਆਫਿਸ ਨੇ। ਐਡਮਿਨਿਸਟ੍ਰੇਟਿਵ ਮੀਨਸ ਕਿ ਜੋ ਆਪਣੇ ਕੰਮ ਹੋ ਰਹੇ ਨੇ, ਜਾਂ ਆਪਾਂ ਕਹਿ ਦਈਏ ਕਿ ਜਿਵੇਂ ਆਪਣੀਆਂ ਕੋਰਟਸ ਨੇ, ਠੀਕ ਹੈ, ਜਾਂ ਆਪਣੀਆਂ ਡਿਸਟ੍ਰਿਕਟ ਕੋਰਟਸ ਨੇ, ਤਾਂ ਡਿਸਟ੍ਰਿਕਟ ਕੋਰਟਸ ਤੋਂ ਅੱਗੇ ਆਪਣੀਆਂ
तहसील दियाँ जिवें आपां कह दईए अगे हो जांदियां ने, कचहरियाँ वगैरह लोकल, तो वो सारियां एडमिनिस्ट्रेटिव ऑफिसिस दे अंडर आउंदियां। दैन ऑन द बेसिस ऑफ प्लेस के अकॉर्डिंग अपने फिक्सड ऑफिस है तो मोबाइल ऑफिस है। हुण प्लेस के अकॉर्डिंग देखो फिक्सड ऑफिस कि मतलब एक मेन इत्थे इंस्टीट्यूट बनया होया, एक तो ऑफिस उत्थे ही है कि आपां उहदे अकॉर्डिंग उत्थे अपनी टैक्नोलॉजीज़ नूं यूज़ करके कस्टमर्स नूं आपां इन्फॉर्मेशन प्रोवाइड करवाने आ। नैक्सट अपने को मोबाइल ऑफिसिस कि आप मोबाइल्स के थ्रू जिवें तुहानूं दस्सिआ कि मोबाइल ऑफिसिस ने अपने कि घर बैठे तुहानूं टीचर टीच कर रहा है तो तुसीं मोबाइल के थ्रू वो टीचिंग दी अपनियां फैसिलिटीज़ लै रहे हो, उन्हां दे लैक्चर्स नूं लगा रहे हो। तो की ने मोबाइल ऑफिसिस ने। फिक्सड ऑफिस किहड़े जिहड़े तुहाडे इंस्टीट्यूट बने हुए ने, तुसीं उत्थे ही अपने लैक्चर्स नूं सुणदे हो ते लगांदे हो। तो ये ने अपनियां टाइप्स ऑफ ऑफिसिस। ਇਹਦੀਆਂ ਤੁਹਾਡੀ बुक ਦੇ ਵਿੱਚ ਪ੍ਰੋਪਰਲੀ ਤੁਹਾਨੂੰ एक्सप्लेन किया गया है, तो ਤੁਸੀਂ ਇਹਦੇ ਵਿੱਚ अपना थोरोली ਇਹਨੂੰ पढ़ सकते हो। नैक्सट अपने को आता है फैक्टर्स अफेक्टिंग साइज़ ऑफ एन ऑफिस। जो फैक्टर्स ने मेनली अपने ऑफिस नूं अफेक्ट करते हैं, किहड़े फैक्टर्स ने वो? स्केल ऑफ द बिजनेस कि बिजनेस है जो अपना किन्ने क स्केल लैवल तक अपना काम कर रहा हो। अगर अपने बिजनेस दे विच ज़्यादा काम हो रहे ने, ज़्यादा उत्थे फैसिलिटीज़ ने, तो उहदे अकॉर्डिंग अपने बिजनेस का साइज़, अपनी जो कंपनी है, अपना जो ऑफिस का साइज़ है वो वड्डा होना चाहिए। जेकर अपना बिजनेस का स्केल छोटा है तो आप कह दिए डेस्कटॉप ऑफिस ने, है ना, डेस्कटॉप ऑफिस मतलब इको ही रूम है। दैन जेकर उत्थे फैसिलिटीज़ नहीं, मैਨੂਫੈਕਚਰਿੰਗ भी हो रही ने, पैकिंग्स भी हो रही ने, तो उत्थे कि अपने ऑफिस वड्डा होगा। दैन अवेलेबिलिटी ऑफ कैपिटल। अवेलेबिलिटी किदां दी है? इफ़ द मैनेजमेंट ऑफ एन ऑर्गेनाइजेशन हैज़ लार्ज कैपिटल एज इट्स डिस्पोजल, इट कैन सैट अप अ लार्ज ऑफिस। जेकर अपनी ऑर्गेनाइजेशन दी कैपिटल्स ने जिहड़ियां एज इट्स डिस्पोजल्स, तो वो अपने को अकॉर्डिंग ऑफिस का साइज़ भी वड्डा होगा। सैटिंग अप ऑफ लार्ज ऑफिस necessitates huge investment in assets and automated equipments that only large organization having adequate capital can afford। मतलब कि अवेलेबिलिटी ऑफ कैपिटल दी उदां ही होगी जेकर आप अपन फैसिलिटीज़ तो उन्होंने रिक्वायरमेंट्स ने, जो उन्होंने इक्विपमेंट्स ने, उन्होंने इन्वेस्टमेंट भी वड्डी होगी। तो ये कौन कर सकता है? सिर्फ लार्ज ऑर्गेनाइजेशन जिन्हों को ज़्यादा कैपिटल्स है, जिन्हों को ज़्यादा इन्वेस्टमेंट है, ज़्यादा पैसे हैं, तो सिर्फ वही एफोर्ड कर सकते हैं। एप्लीकेशन ऑफ साइंटिफिक मैनेजमेंट प्रिंसिपल्स। नाउ-अ-डेज प्रिंसिपल्स ऑफ साइंटिफिक मैनेजमेंट as laid down by F.W. Taylor, like division of labor and specialization, are being applied to the office department also। तो ये अकॉर्डिंग अपन जो साइंटिफिक मैनेजमेंट प्रिंसिपल्स ने, मतलब साइंटिफिकली जो अपनी मैनेजमेंट है वो जो प्रिंसिपल्स ने, जो रूल्स ने, वो अकॉर्डिंग वो जो एप्लीकेशनस ने, जो मतलब उन्होंने फैसिलिटीज़ ने, वो अकॉर्डिंग अपना ऑफिस का साइज़ है वेरी करता। नैक्सट ये पॉइंट है नेचर ऑफ द बिजनेस। बिजनेस की नेचर किदां दी है कि बिजनेस वो किदां दा चल रहा है, जो अपने कोल बाइंग एंड सैलिंग हुंदी है, या फिर अपने कोल मैਨੂਫੈਕਚਰਿੰਗ भी हुंदी है। तो वो बाइंग एंड सेलिंग मतलब उत्थे परचेजिंग भी हुंदी है, सेलिंग भी हुंदी है। तो वो अकॉर्डिंग उन्होंने की काम ने, वो मैਨੂਫੈਕਚਰਿੰਗ भी करता है, तो वो अकॉर्डिंग अपना ऑफिस का साइज़ वड्डा होएगा या वो अकॉर्डिंग छोटा होएगा। दैन नंबर ऑफ एक्टिविटीज़ अंडरटेकन बाय द ऑफिस। हुण उत्थे एक्टिविटीज़ किद्दां हुंदियां? एक तो नेचर है कि उत्थे बाइंग हुंदी है, सेलिंग हुंदी है, तो एक्टिविटीज़ भी किहड़ी हुंदी है? बाइंग सेलिंग दे नाल नाल उत्थे जो मैਨੂਫੈਕਚਰਿੰਗ है हो रहा है, उत्थे जो उहदियां चीज़ां मैटीरियल्स ने कि उन्होंने पैकिंग वगैरह भी होंगी है। बाइंग सेलिंग के नाल क्योंकि पैकिंग भी करनी पऊगी, पैकिंग वगैरह होंगी है, तो नाल उत्थे इनकम टैक्स कंसलटेंसी भी है, ठीक है। तो ये सारिया चीज़ां मतलब उत्थे एक्टिविटीज़ किद्दां दियां हो रही, उहदे अकॉर्डिंग फिर ऑफिस नूं उन्ने ही अपने डिपार्टमेंट्स भी बनाने पैणगे ते उन्ने ही उन्होंने रूम्स भी प्रोवाइड करने पैणगे। फिर नंबर ऑफ विजिटर्स टू द ऑफिसिस। तो ऑफिस नूं हुण विजिट करन लई परसनस आंदे ने, तो उहदे अकॉर्डिंग आपां नूं ऑफिस मेनटेन करना पऊ। देखो हुण जे अपनियां फॉरन कंपनीज़ ने आपां सुनदे कि वो कंपनी उस ऑफिस नूं विजिट करन आए ने, तो उहदे अकॉर्डिंग आपां विजिटर्स दे अकॉर्डिंग, ठीक है, तो आप उस ऑफिस नूं मेनटेन करते हैं। आप साइज़ वड्डा रखना है,
ठीक है। ਆਪਾਂ ਨੂੰ ਲੱਗਦਾ ਵੀ ਆਪਣੇ ਕਸਟਮਰਸ ਇਹਦੇ ਨਾਲ ਵਧਣਗੇ, ਆਪਾਂ ਨੂੰ ਉਹਨੂੰ ਜਿਵੇਂ ਉਹੀ ਆਪਾਂ ਪੜ੍ਹਿਆ ਕਿ ਪੋਸ਼ ਲੋਕੈਲਿਟੀ ਹੋਣੀ ਚਾਹੀਦੀ ਹੈ। ਇੱਕ ਤਾਂ ਜਦੋਂ ਵਿਜ਼ਿਟਰਸ ਆਉਣਗੇ ਤਾਂ ਉਹਨਾਂ 'ਤੇ ਅੱਛਾ ਇੰਪ੍ਰੈਸ਼ਨ ਪੈਂਦਾ ਹੈ। ਫਿਰ ਆਪਾਂ ਉਹ ਰੂਮ ਵੱਡਾ ਰੱਖਿਆ ਹੋਇਆ, ਉਹਨਾਂ ਦੀ ਬੈਠਣ ਦੀ ਵੀ ਫੈਸਿਲਿਟੀ ਹੈ ਪ੍ਰੋਪਰ, ਉਹਨਾਂ ਦੀ ਟਰਨ ਬਾਈ ਟਰਨ ਜੋ ਆਪਣੀਆਂ ਡਿਮਾਂਡਸ ਨੇ ਜਾਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਹੋ ਰਹੀਆਂ ਨੇ, ਉਹ ਫੁੱਲਫਿਲਮੈਂਟ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ ਨੇ। ਉਹਦੇ ਅਕੋਰਡਿੰਗ ਉਹ ਵਿਜ਼ਿਟਰਸ ਦੀ ਰਿਕੁਆਇਰਮੈਂਟਸ ਦੇ ਅਕੋਰਡਿੰਗ ਆਪਾਂ ਆਪਣੇ ਆਫਿਸ ਦਾ स्केल लेवल चेक करते हैं। दैन डिग्री ऑफ ऑटोमेशन, दैन डिग्री ऑफ सेंट्रलाइजेशन एंड डिसेंट्रलाइजेशन। दैन अपनी मतलब सेंट्रलाइज्ड ऑफिस है जिमें आप उन्होंने कित्थे रखना है, किमें रखना है, अपना जो आप कह दईए कि मेन आप जिथे ज़्यादा परसनस की डिमांड है वो अकॉर्डिंग आप अपने ऑफिस नूं सेंट्रलाइज करते हैं कि जिथे अपने उस जो अपने कोल चीज़ां ने उहदे अकॉर्डिंग जेकर अपनी डिमांड ही नहीं है कस्टमर्स को तो अपने ऑफिस नूं उत्थे खोलण दा भी फायदा नहीं। जिथे अपनी डिमांड होगी, रिक्वायरमेंट्स होणगियां जो अपने प्रोडक्ट्स ने, ठीक है, उन्हां दे अकॉर्डिंग जो उन्हां दे फीचर्स ने तो कस्टमर्स दीयां डिमांड्स वधाउण लई भी आपां कई बार अपने ऑफिस नूं प्रॉपरली उवें दा मैनेज करते हैं। नैक्सट अपने को रिलेशन ऑफ ऑफिस विद अदर डिपार्टमेंट्स कि अपने ऑफिस के रिलेशन ने अदर डिपार्टमेंट्स नाल किद्दां होने चाहिए है। दैन ऑफिस एंड परचेज डिपार्टमेंट, जो अपना ऑफिस है वह परचेजिंग डिपार्टमेंट नाल आपां सिर्फ की करते हैं, सेलिंग करते हैं तो आपां पिछों परचेज कर रहे हैं तो परचेज डिपार्टमेंट नाल अपने किद्दां दे रिलेशन होने चाहिए ने। तो आपां जदों परचेजिंग करनी है तो आप उन्होंने इन्वेस्टमेंट है जो आप पहले ही दे रहे हैं तो अपने ऑफिस का जो लैवल है वो किदां दा हैगा, तो अपना ऑफिस किहड़ी लोकैलिटी दे विच हैगा, तो अपने किहड़े सिटी दे विच हैगा, डिस्ट्रिक्ट दे विच है जां अपना एक किसी विलेज दे विच है, तो वो उहदे ते डिपेंड करता है। तो अपनी परचेजिंग भी उस ते डिपेंड करती है। दैन उहदे अकॉर्डिंग अपने रिलेशन ऑफिसिस नाल वधिया होणगे। ऑफिस एंड प्रोडक्शन डिपार्टमेंट, जेकर आप हम परचेजिंग डिपार्टमेंट नॉर्मल अपनियां जिवें शॉप्स ने आप उन्हां तो परचेजिंग कर रहे हैं जां फिर अपनी पिछे प्रोडक्शन डिपार्टमेंट्स ने जिथों प्रोडक्ट हुंदा है, ठीक है, प्रोडक्ट डिपार्टमेंट जिथों प्रोड्यूस हुंदा है मतलब मैन्युफैक्चरिंग हुंदी है तो उत्थों दे अपने किवें दे रिलेशनस ने। तो ये सारिया चीज़ां आपां नूं रिलेशन ऑफिस विद अदर डिपार्टमेंट्स, तो ये सारिया चीज़ां जो उहदे अकॉर्डिंग आप फैसिलिटीज़ दे रहे हैं जां अपनियां फैसिलिटीज़ पिछे किवें प्रोवाइड हो रही ने, तो ये सारिया चीज़ां अपनियां उस ते डिपेंड करदियां हैं। दैन उहदे अकॉर्डिंग ही अपने अदर डिपार्टमेंट्स नाल रिलेशन बैटर होणगे, गुड होणगे। नैक्सट अपने कोल इहदे विच आंदा है ऑफिस एंड फाइनांस डिपार्टमेंट, मतलब ऑफिस दे अपने दे फाइनांस डिपार्टमेंट नाल किदां दे रिलेशन है। आप उन्होंने फाइनांस जो है उन्होंने फंड्स ने जो अपने प्रॉपरली उन्होंने कोल जा रहे ने नहीं जा रहे, ठीक है, जो अपनी इन्वेस्टमेंट आप कीतियां ने आप उन्होंने पेमेंट प्रॉपरली दे रहे हैं। जिवें अपने कस्टमर्स ने तो आप उन्होंने दे रहे हैं प्रॉपर, आप अपने चार्जिस जो अपने पैसे हैगे ने अपने जो भी इन्वेस्टमेंट्स ने उन्होंने कैपिटल्स प्रॉपरली मिल रही ने नहीं मिल रही, उन्होंने प्रॉफिट्स मिल रहे हैं नहीं मिल रही, तो ये सारिया चीज़ां इहदे ते डिपेंड करदियां। दैन ऑफिस एंड पर्सनल डिपार्टमेंट, पर्सनल डिपार्टमेंट मीनस ह्यूमन रिसोर्स डिपार्टमेंट। ह्यूमन रिसोर्स डिपार्टमेंट की हुंदा है अपने जो इहदे विच काम चल रहे ने, ठीक है, जिमें लाइक एज तुसीं ये कह सकते हो कि ह्यूमन रिसोर्स डिपार्टमेंट ऑफ एन ऑर्गेनाइजेशन इज़ रिस्पॉन्सिबल फॉर executing and maintaining efficient workforce in the organization. It help to personal department at the time of recruitment, selection, training and development. जिथों ਆਪਾਂ ਨੇ ਆਪਣੇ एम्पलॉयज़ ਲੈਣੇ ਨੇ ਉਹ ਕੀ ਹੈ ਹਿਊਮਨ ਰਿਸੋਰਸ ਡਿਪਾਰਟਮੈਂਟ ਹੈ। ਉਹ ਆਪਾਂ ਨੂੰ ਕੀ ਕਰਦੇ ਨੇ एम्पलॉय ਹਾਇਰ ਕਰਕੇ ਦਿੰਦੇ ਨੇ। अगर वो आपू एम्पलॉयज़ हायर करके देंगे ने जां अपने को ट्रेनिंग वगैरह लिए अपने को लैके आते हैं तो आप उन्होंने किमें दे रिलेशनस ने आप उन्होंने एम्पलॉयज़ नूं सैटिस्फाइड कर रहे हैं नहीं कर रहे, ठीक है। तो ये सारिया चीज़ां जो उन्होंने डेट ऑफ ज्वाइनिंग है जां उन्होंने जो भी कॉन्ट्रैक्ट वगैरह आप साइन किए हैं तो उस कॉन्ट्रैक्ट के अकॉर्डिंग अपने भी रूल उन्होंने चल रहे हैं अपने ऑफिस के। तो ये सारिया चीज़ां की है कि अपने ऑफिस के काम नूं अच्छा करन दे विच उन्हां दे रिलेशनस नूं बैटर बनाउण दे विच हैल्पफुल है। दैन है ऑफिस एंड मार्केटिंग डिपार्टमेंट। मार्केटिंग डिपार्टमेंट की है कि जो मार्केटिंग करता है अपने जो गुड्स ने जो मटीरियल्स ने उन्होंने मार्केट दे विच लैके जाता है वो डिपार्टमेंट जो अपनी मार्केटिंग करन दे विच हैल्पफुल है। तो वह अपनी चीज़ों नूं मार्केटिंग भी उवें ही करेगा जेकर अपने उहदे ऑफिस के रिलेशन नाल डिपार्टमेंट नाल मार्केटिंग डिपार्टमेंट नाल अच्छे ने।
ਤਾਂ ਮਾਰਕੀਟਿੰਗ ਡਿਪਾਰਟਮੈਂਟ ਉਹੀ ਜਾ ਕੇ ਅੱਗੇ ਮਾਰਕੀਟ ਦੇ ਵਿੱਚ ਦੱਸੇਗਾ ਕਿ ਇਹ ਮਟੀਰੀਅਲਸ ਅੱਛੇ ਨੇ ਕਿਉਂਕਿ ਇੱਥੋਂ ਦੇ ਪਰਸਨਸ ਵੀ ਐਵੇਂ ਨੇ, ਐਵੇਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਨੇ, ਤਾਂ ਉਹ ਮਾਰਕੀਟਿੰਗ ਫੈਸਿਲਿਟੀਜ਼ ਆਪਾਂ ਨੂੰ ਉੱਦਾਂ ਦੀਆਂ ਦੇ ਰਹੇ ਨੇ, ਤਾਂ ਉਹ ਡਿਪਾਰਟਮੈਂਟ ਉਨੀ ਹੀ ਜ਼ਿਆਦਾ ਬੈਟਰਮੈਂਟ ਆਪਣੇ ਕੋਲੇ ਦੇਗਾ। ਨਾਓ ਇਹ ਸੀ ਆਪਣੀ ਕੋਲੇ ਆਫਿਸਿਸ ਪ੍ਰੈਕਟਿਸਿਸ ਦੇ ਵਿੱਚ ਜੋ ਆਪਣੇ ਨੋਰਮਲੀ ਨਿਊ ਟ੍ਰੈਂਡਸ ਨੇ, ਨਿਊ ਐਡਵਾਂਸਮੈਂਟਸ ਨੇ, ਤਾਂ ਉਹਦੇ ਅਕੋਰਡਿੰਗ ਆਪਣਾ ਆਫਿਸ ਕਿੱਦਾਂ ਦਾ ਹੋਣਾ ਚਾਹੀਦਾ, ਉਹਦੇ ਵਿੱਚ ਕਿੱਦਾਂ ਦੇ ਕਰੈਕਟਰਿਸਟਿਕਸ ਹੋਣੇ ਚਾਹੀਦੇ ਨੇ, ਉਹਦੇ ਵਿੱਚ ਕੀ ਕੀ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਨੇ, ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਕੋਲੇ ਜ਼ਰੂਰੀ ਨੇ ਜੋ ਆਪਣੀਆਂ ਰਿਕੁਆਇਰਡ ਨੇ, ਜੋ ਆਪਣੇ ਆਫਿਸ ਨੂੰ ਹਾਇਰ ਲੈਵਲ ਤੱਕ ਲੈ ਕੇ ਜਾਣ ਲਈ ਹੈਲਪਫੁਲ ਨੇ। ਥੈਂਕ ਯੂ ਸਟੂਡੈਂਟਸ।